ਸਤਿ ਸ੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਰਘੁਬੀਰ ਢੰਡ ਦੁਆਰਾ ਰਚਿਤ ਸ਼ੇਸ਼ਨਾਗ ਕਹਾਣੀ ਦੀ ਸਾਹਿਤਕ ਪੜਚੋਲ ਕਰਨ ਲਈ ਹਾਜ਼ਰ ਹੋਏ ਹਾਂ। ਪਰ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਨਾਲ ਹੀ ਸਾਹਿਤਕ ਸੱਚ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਉਹਨਾਂ ਦੀ ਪੜ੍ਹਾਈ ਵਿੱਚ ਤੁਹਾਡਾ ਨਿਵੇਕਲਾ ਯੋਗਦਾਨ ਸ਼ਾਮਿਲ ਹੋ ਸਕੇ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਰਘੁਬੀਰ ਢੰਡ ਪੰਜਾਬੀ ਕਹਾਣੀ ਦੇ ਇੱਕ ਹੋਰ ਨਿਵੇਕਲੇ ਹਸਤਾਖਰ ਹਨ ਜਿਨ੍ਹਾਂ ਨੂੰ ਪ੍ਰਵਾਸੀ ਕਹਾਣੀਕਾਰ ਵਜੋਂ ਜਾਣਿਆ ਜਾਂਦਾ ਹੈ। ਪ੍ਰਵਾਸੀ ਜੋ ਕਿ ਬਾਹਰਲੇ ਮੁਲਕਾਂ ਦੇ ਵਸਨੀਕ ਬਣ ਚੁੱਕੇ ਹਨ। ਮੂਲ ਰੂਪ ਦੇ ਵਿੱਚ ਰਘੁਬੀਰ ਢੰਡ ਅੰਮ੍ਰਿਤਸਰ ਦੇ ਵੇਰਕਾ ਪਿੰਡ ਦੇ ਜੰਮਪਲ ਹਨ, ਪਰ ਪ੍ਰਵਾਸ ਧਾਰਨ ਕਰਕੇ ਉਹ ਬਰਤਾਨੀਆ ਜਿਹੇ ਮੁਲਕ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੇ ਹਨ ਔਰ ਉੱਥੋਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਪ੍ਰਵਾਸੀਆਂ ਨੂੰ ਜਿਸ ਤਰ੍ਹਾਂ ਕਠੋਰ ਮਿਹਨਤਾਂ ਕਰਦਿਆਂ ਹੋਇਆਂ ਵੇਖਿਆ, ਜੋ ਉਹਨਾਂ ਦਾ ਉੱਥੇ ਸ਼ੋਸ਼ਣ ਹੋਇਆ ਜਾਂ ਉਹਨਾਂ ਦੀ ਜ਼ਿੰਦਗੀ ਦਾ ਜੋ ਤਰਾਸਤਕ ਪੱਖ ਸੀ ਜਾਂ ਜੋ ਜੱਦੋ ਜਹਿਦ ਸੀ ਜਿੰਨਾ ਉਹਨਾਂ ਨੇ ਆਪਣੇ ਪਿੰਡੇ 'ਤੇ ਹੰਢਾਈ ਅਤੇ ਜਾਂ ਦੂਸਰੇ ਹੋਰ ਸਾਥੀਆਂ ਨੂੰ ਹੰਢਾਉਂਦਿਆਂ ਹੋਇਆਂ ਵੇਖਿਆ, ਉਹਨਾਂ ਦੇ ਜੀਵਨ ਯਥਾਰਥ ਦੀ ਇਸ ਸੰਘਰਸ਼ੀ ਗਾਥਾ ਨੂੰ ਹੀ ਆਪਣੀਆਂ ਕਹਾਣੀਆਂ ਦਾ ਮਾਧਿਅਮ ਬਣਾ ਕੇ ਪੇਸ਼ ਕਰਨ ਦੇ ਵਿੱਚ ਉਹ ਸਫਲ ਰਹੇ। ਜਿੱਥੋਂ ਤੱਕ ਸ਼ੇਸ਼ਨਾਗ ਕਹਾਣੀ ਦਾ ਸੰਬੰਧ ਹੈ, ਇਹ ਰਘੁਬੀਰ ਢੰਡ ਦੀ ਇੱਕ ਪ੍ਰਤੀਕਾਤਮਕ ਕਹਾਣੀ ਹੈ। ਅਸਲ ਦੇ ਵਿੱਚ ਸ਼ੇਸ਼ਨਾਗ ਜੋ ਹੈ ਪੂੰਜੀਵਾਦੀ ਵਿਵਸਥਾ ਦਾ ਪ੍ਰਤੀਕ ਹੈ। ਜਿਸ ਤਰ੍ਹਾਂ ਸ਼ੇਸ਼ਨਾਗ ਦਾ ਡੰਗਿਆ ਹੋਇਆ ਮਨੁੱਖ ਜੋ ਹੈ ਹੌਲੀ ਹੌਲੀ ਉਸ ਦੇ ਜ਼ਹਿਰ ਨੂੰ ਨਾ ਸਹਾਰਦਾ ਹੋਇਆ ਮੌਤ ਦੇ ਮੂੰਹ ਵਿੱਚ ਸਮਾ ਜਾਂਦਾ ਹੈ, ਠੀਕ ਇਸੇ ਤਰ੍ਹਾਂ ਪੂੰਜੀਵਾਦੀ ਵਿਵਸਥਾ ਦਾ ਡੰਗਿਆ ਹੋਇਆ ਮਨੁੱਖ ਪ੍ਰਵਾਸੀ ਮੁਲਕਾਂ ਵੱਲ ਨੂੰ ਆਪਣੀ ਆਰਥਿਕ ਸਥਿਤੀ ਨੂੰ ਸੁਖਾਲਿਆਂ ਬਣਾਉਣ ਦੇ ਲਈ ਚਾਲੇ ਪਾਉਂਦਾ ਹੈ, ਪਰ ਉੱਥੋਂ ਦੇ ਜੀਵਨ ਦੇ ਵਿੱਚ ਜੱਦੋ ਜਹਿਦ ਕਰਦਿਆਂ ਹੋਇਆਂ ਕਿਸ ਤਰ੍ਹਾਂ ਉਹ ਆਪਣਾ ਵਰਤਮਾਨ ਵੀ ਗਵਾ ਲੈਂਦਾ ਹੈ ਅਤੇ ਸੁਨਹਿਰੀ ਭਵਿੱਖ ਨੂੰ ਸਜਾਉਣ ਦੇ ਜਿਹੜੇ ਸੁਪਨੇ ਹਨ ਉਹ ਵੀ ਢਹਿ ਢੇਰੀ ਹੋ ਜਾਂਦੇ ਹਨ। ਪ੍ਰਵਾਸਾਂ ਦੇ ਵਿੱਚ ਕਰੜੀ ਮਿਹਨਤ ਮੁਸ਼ੱਕਤ ਕਰਦਿਆਂ ਹੋਇਆਂ ਜਿਸ ਤਰ੍ਹਾਂ ਕਰਾਮਤ ਇਸ ਕਹਾਣੀ ਦਾ ਮੁੱਖ ਪਾਤਰ ਜੋ ਹੈ ਆਪਣੀਆਂ ਪਰਿਵਾਰਿਕ ਜੋ ਆਰਥਿਕ ਮੰਦਹਾਲੀ ਵਾਲੀਆਂ ਸਥਿਤੀਆਂ ਹਨ ਉਹਨਾਂ ਤੋਂ ਨਿਜਾਤ ਪਾਉਣ ਦੇ ਲਈ ਔਰ ਖ਼ਾਸ ਕਰਕੇ ਆਪਣੇ ਪਿਤਾ ਦੇ ਵਿਹਾਰ ਦਾ ਸਤਾਇਆ ਹੋਇਆ ਜੋ ਬਰਤਾਨੀਆ ਚਲਿਆ ਜਾਂਦਾ ਹੈ, ਪਰ ਉੱਥੇ ਜਾ ਕੇ ਉਹਨੇ ਲਗਾਤਾਰ 17 ਸਾਲ ਤੱਕ ਫੈਕਟਰੀਆਂ ਦੇ ਵਿੱਚ ਕੰਮ ਕੀਤਾ ਔਰ ਫੈਕਟਰੀਆਂ ਦੇ ਵਿੱਚ ਕੰਮ ਕਰਦਿਆਂ ਹੋਇਆਂ ਉਸਨੇ ਪੱਕੀਆਂ ਰਾਤਾਂ ਦੇ ਵਿੱਚ, ਭਾਵ ਉਹ ਦਿਨੇ ਆਰਾਮ ਕਰਦਾ ਸੀ ਅਤੇ ਰਾਤ ਨੂੰ ਮਿਹਨਤ ਕਰਦਾ ਸੀ ਔਰ ਉਸ ਮਿਹਨਤ ਦੇ ਬਦਲੇ ਉਸ ਨੂੰ ਮਜ਼ਦੂਰੀ ਵੀ, ਭਾਵ ਜੋ ਪ੍ਰਵਾਸੀ ਹਨ ਉਹਨਾਂ ਨੂੰ ਉੱਥੋਂ ਦੇ ਮੂਲ ਬਸ਼ਿੰਦਿਆਂ ਦੇ ਨਾਲੋਂ ਜੋ ਮਜ਼ਦੂਰੀ ਹੈ ਉਹ ਵੀ ਘੱਟ ਮਿਲਦੀ ਹੈ, ਕੰਮ ਵੀ ਭਾਰੇ ਕਰਵਾਏ ਜਾਂਦੇ ਹਨ ਔਰ ਅਜਿਹੇ ਮਾਹੌਲ ਦੇ ਵਿੱਚ ਕਰਵਾਏ ਜਾਂਦੇ ਹਨ ਜਿਵੇਂ ਲੋਹੇ ਵਾਲੀਆਂ ਜੋ ਫੈਕਟਰੀਆਂ ਹਨ ਜਿਨ੍ਹਾਂ ਦੇ ਵਿੱਚ ਲੋਹੇ ਨੂੰ ਢਾਲਣ ਦਾ ਕੰਮ ਕੀਤਾ ਜਾਂਦਾ ਹੈ, ਜਿੱਥੇ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜੋ ਨਿਰੰਤਰ ਉਹਨਾਂ ਦੇ ਸਰੀਰ ਦਾ ਘਾਣ ਕਰਦੀਆਂ ਰਹਿੰਦੀਆਂ ਹਨ ਔਰ ਅੰਤ ਜੋ ਹੈ ਉਹਨਾਂ ਦੇ ਸਰੀਰ ਜਿਹੜੇ ਹਨ ਉਹ ਵੰਨ ਸੁਵੰਨੇ ਰੋਗਾਂ ਦੀ ਇੱਕ ਮਸ਼ੀਨ ਬਣ ਕੇ ਰਹਿ ਜਾਂਦੇ ਹਨ। ਜਿਸ ਤਰ੍ਹਾਂ ਇਸ ਕਹਾਣੀ ਦਾ ਨਾਇਕ ਕਰਾਮਤ ਲਗਾਤਾਰ ਮਿਹਨਤ ਕਰਨ ਦੇ 17 ਸਾਲ ਮਿਹਨਤ ਕਰਨ ਦੇ ਬਾਅਦ ਉਸਦੇ ਜਿਗਰ ਦੇ ਵਿੱਚ ਇੱਕ ਫੋੜਾ ਹੋ ਜਾਂਦਾ ਹੈ ਔਰ ਉਹ ਫੋੜਾ ਜਿਹੜਾ ਹੈ ਉਹ ਲਾ ਇਲਾਜ ਹੁੰਦਾ ਹੈ। ਇਸ ਕਰਕੇ ਉਹ ਉਸ ਬਿਮਾਰੀ ਦਾ ਸ਼ਿਕਾਰ ਹੋਇਆ ਅੰਤ ਆਪਣੇ ਮਾਪਿਆਂ ਨੂੰ ਮਿਲਣ ਦੇ ਲਈ ਤਰਸਦਾ ਹੋਇਆ, ਖਾਸ ਕਰਕੇ ਆਪਣੀ ਮਾਂ ਨੂੰ ਮਿਲਣ ਲਈ ਤਰਸਦਾ ਹੋਇਆ ਅੰਤ ਮੌਤ ਦੇ ਮੂੰਹ ਦੇ ਵਿੱਚ ਸਮਾ ਜਾਂਦਾ ਹੈ। ਇਸ ਤਰ੍ਹਾਂ ਰਘੁਬੀਰ ਢੰਡ ਨੇ ਜੋ ਪਰਦੇਸੀ ਵਸਣ ਵਾਲੇ ਲੋਕ ਹਨ, ਜੋ ਪ੍ਰਵਾਸੀ ਲੋਕ ਹਨ, ਜੋ ਆਪਣੇ ਜੀਵਨ ਨੂੰ ਸੁਨਹਿਰਾ ਬਣਾਉਣ ਦੇ ਸੁਪਨੇ ਲੈ ਕੇ ਵਿਦੇਸ਼ਾਂ ਦੇ ਵਿੱਚ ਕੂਚ ਕਰ ਜਾਂਦੇ ਹਨ, ਪਰ ਉੱਥੋਂ ਦੇ ਸਮਾਜਿਕ ਯਥਾਰਥ ਦੇ ਨਾਲ ਦੋ ਚਾਰ ਹੁੰਦਿਆਂ ਹੋਇਆਂ ਕਿਸ ਤਰ੍ਹਾਂ ਦਾ ਉਹਨਾਂ ਨੂੰ ਦੁਸ਼ਵਾਰੀ ਭਰਿਆ ਜੀਵਨ ਬਿਤਾਉਣਾ ਪੈਂਦਾ ਹੈ, ਕਿਸ ਤਰ੍ਹਾਂ ਉਹਨਾਂ ਬਸਤੀਵਾਦੀ ਮੁਲਕਾਂ ਦੇ ਵਿੱਚ ਉਹਨਾਂ ਦੀ ਲੁੱਟ ਖਸੁੱਟ ਹੁੰਦੀ ਹੈ, ਕਿਸ ਤਰ੍ਹਾਂ ਉਹਨਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੁੰਦਾ ਹੈ। ਇਸ ਤਰ੍ਹਾਂ ਦੇ ਵਿਸ਼ੇ ਜਿਹੜੇ ਹਨ ਇਸ ਕਹਾਣੀ ਦੇ ਵਿੱਚ ਰਘੁਬੀਰ ਢੰਡ ਨੇ ਆਪਣੇ ਕਲੇਵਰ ਦੇ ਵਿੱਚ ਲੈ ਕੇ ਪ੍ਰਗਟਾਏ ਹਨ। ਜਿੱਥੋਂ ਤੱਕ ਇਸ ਕਹਾਣੀ ਦੀ ਪਲਾਟ ਜਾਂ ਗੂੰਦ ਦਾ ਸੰਬੰਧ ਹੈ, ਇੱਕ ਸਫਲ ਪਲਾਟ ਹੈ ਜੋ ਨਿਰੰਤਰ ਪਾਠਕਾਂ ਨੂੰ ਆਪਣੇ ਨਾਲ ਬੰਨ੍ਹੀ ਰੱਖਦਾ ਹੈ। ਪਾਠਕਾਂ ਦੀ ਰੁਚੀ ਇਸ ਕਹਾਣੀ ਦੇ ਵਿੱਚ ਨਿਰੰਤਰ ਦਿਲਚਸਪੀ ਬਣੀ ਰਹਿੰਦੀ ਹੈ ਕਿਉਂਕਿ ਕਰਾਮਤ ਦੇ ਨਾਲ ਉਹਨਾਂ ਦੀ ਅਜਿਹੀ ਹਮਦਰਦੀ ਹੋ ਜਾਂਦੀ ਹੈ ਕਿ ਕਰਾਮਤ ਦੇ ਜੀਵਨ ਦੇ
ਵਰਤਮਾਨ ਅਤੇ ਗੰਧਲੇ ਹੋਏ ਭਵਿੱਖ ਨੂੰ ਵੇਖਦਿਆਂ ਹੋਇਆਂ ਪਾਠਕ ਜੋ ਹੈ ਉਸ ਦੇ ਦਿਲ ਦੇ ਵਿੱਚ ਸਾਡੇ ਪੂੰਜੀਵਾਦੀ ਨਿਜ਼ਾਮ ਦੇ ਪ੍ਰਤੀ ਇੱਕ ਨਫ਼ਰਤ ਦੇ ਭਾਵ ਪੈਦਾ ਹੁੰਦੇ ਹਨ, ਕਿਉਂਕਿ ਇਸ ਕਹਾਣੀ ਦਾ ਪਾਤਰ ਜੋ ਕਰਾਮਤ ਹੈ ਉਹ ਆਪਣਾ ਭੈਣ ਭਰਾਵਾਂ ਦਾ, ਆਪਣੇ ਮਾਤਾ ਪਿਤਾ ਦਾ ਜੀਵਨ ਸੁਧਾਰਨ ਦੇ ਲਈ ਨਿਰੰਤਰ ਬਰਤਾਨੀਆ ਦੇ ਵਿੱਚ ਮਿਹਨਤ ਕਰਦਾ ਹੈ। ਉਸ ਕਮਾਈ ਦੇ ਨਾਲ ਜੋ ਡਾਲਰ ਜਾਂ ਪੌਂਡਾਂ ਦੀ ਕਮਾਈ ਹੈ ਉਸ ਦੇ ਨਾਲ ਭਾਰਤ ਦੇ ਵਿੱਚ ਇੱਥੇ ਆਪਣੀ ਜ਼ਮੀਨ ਜਾਇਦਾਦ ਵੀ ਵਾਪਸ ਬਣਵਾ ਲੈਂਦਾ ਹੈ, ਘਰ ਵੀ ਪੱਕਾ ਬਣਾ ਲੈਂਦਾ ਹੈ, ਆਪਣੇ ਛੋਟੇ ਭੈਣ ਭਰਾਵਾਂ ਦੇ ਵਿਆਹ ਕਰਦਾ ਹੈ, ਉਹਨਾਂ ਨੂੰ ਉੱਥੇ ਬਰਤਾਨੀਆ ਦੇ ਵਿੱਚ ਸੱਦ ਕੇ ਪੱਕਿਆਂ ਕਰਾਉਂਦਾ ਹੈ। ਪਰ ਇਸ ਨਿਰੰਤਰ ਜੱਦੋ ਜਹਿਦ ਦੇ ਵਿੱਚ ਉਸ ਦਾ ਆਪਣਾ ਸਰੀਰ ਜੋ ਹੈ ਉਹ ਇੱਕ ਬਿਮਾਰੀ ਦਾ ਪੁਤਲਾ ਬਣ ਕੇ ਰਹਿ ਜਾਂਦਾ ਹੈ ਅਤੇ ਨਿਰੰਤਰ ਮਿਹਨਤ ਕਰਨ ਸਦਕਾ ਔਰ ਪੱਕੀਆਂ ਰਾਤਾਂ 'ਤੇ ਮਿਹਨਤ ਕਰਨ ਸਦਕਾ ਉਹ ਆਪਣੇ ਉੱਥੋਂ ਦੇ ਪਰਿਵਾਰਿਕ ਜੀਵਨ ਵੱਲ ਵੀ ਕੋਈ ਬਹੁਤਾ ਧਿਆਨ ਨਹੀਂ ਦੇ ਸਕਦਾ, ਜਿਸ ਸਦਕਾ ਉਸਦੇ ਬੱਚੇ ਜਿਹੜੇ ਨੇ ਉਹ ਆਪ ਮੁਹਾਰੇ ਹੋ ਜਾਂਦੇ ਹਨ। ਉਸ ਦਾ ਬੇਟਾ ਜੋ ਹੈ ਉੱਥੇ ਗੈਂਗਾਂ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਔਰ ਕਰਾਮਤ ਦੇ ਪ੍ਰਤੀ ਵੀ ਉਸਦੇ ਮਨ ਦੇ ਵਿੱਚ ਕੋਈ ਹਮਦਰਦੀ ਨਹੀਂ ਰਹਿੰਦੀ। ਇਸ ਤਰ੍ਹਾਂ ਇੱਕ ਪ੍ਰਵਾਸੀ ਦੇ ਜੀਵਨ ਯਥਾਰਥ ਨੂੰ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਉਹ ਆਰਥਿਕਤਾ ਦਾ ਸਤਾਇਆ ਹੋਇਆ ਅੰਤ ਦੇ ਵਿੱਚ ਉਸਦੇ ਕੋਲ ਨਾ ਆਪਣੀ ਸਿਹਤ ਰਹਿੰਦੀ ਹੈ, ਨਾ ਪੈਸਾ ਰਹਿੰਦਾ ਹੈ, ਨਾ ਬੱਚੇ ਹੀ ਉਸਦੇ ਵੱਸ ਵਿੱਚ ਰਹਿ ਜਾਂਦੇ ਹਨ ਅਤੇ ਮਾਪਿਆਂ ਨੂੰ ਮਿਲਣ ਦੀ ਤਾਂਘ ਨੂੰ ਦਿਲ ਵਿੱਚ ਲੈ ਕੇ ਹੀ ਗੰਭੀਰ ਬਿਮਾਰੀਆਂ ਦਾ ਗਰਸਿਆ ਹੋਇਆ ਮੌਤ ਦੇ ਮੂੰਹ ਸਮਾ ਜਾਂਦਾ ਹੈ। ਸੋ ਇਸ ਕਹਾਣੀ ਦਾ ਪਲਾਟ ਜੋ ਹੈ ਉਹ ਬੇਹੱਦ ਹੀ ਰੋਚਕ ਹੈ, ਪ੍ਰਭਾਵਸ਼ਾਲੀ ਹੈ। ਸਥਿਤੀਆਂ ਇੰਨੀਆਂ ਦੁਖਦਾਈ ਹਨ ਕਿ ਪਾਠਕ ਜੋ ਹੈ ਅੰਤ ਤੱਕ ਉਸ ਕਹਾਣੀ ਦੇ ਨਾਲ ਬੱਝਿਆ ਹੋਇਆ ਇੱਕ ਤਰ੍ਹਾਂ ਦੇ ਨਾਲ ਕਰਾਮਤ ਦੇ ਪ੍ਰਤੀ ਉਸਦੇ ਮਨ ਦੇ ਵਿੱਚ ਹਮਦਰਦੀ ਦੇ ਭਾਵ ਜਿਹੜੇ ਨੇ ਉਹ ਬੜਾ ਦੁਖਾਂਤਕ ਪ੍ਰਭਾਵ ਪੈਦਾ ਕਰਦੇ ਨੇ। ਸੋ ਗੋਂਦ ਜਾਂ ਪਲਾਟ ਪੱਖੋਂ ਇਸ ਕਹਾਣੀ ਨੂੰ ਅਸੀਂ ਇੱਕ ਸੁਚੱਜੀ ਕਹਾਣੀ ਦਾ ਦਰਜਾ ਦੇ ਸਕਦੇ ਹਾਂ। ਜਿੱਥੋਂ ਤੱਕ ਉਦੇਸ਼ ਦਾ ਸੰਬੰਧ ਹੈ, ਇਸ ਕਹਾਣੀ ਦੇ ਵਿੱਚ ਲੇਖਕ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਜੋ ਪ੍ਰਵਾਸੀ ਜ਼ਿੰਦਗੀ ਹੈ ਉੱਥੋਂ ਦਾ ਜੋ ਜੀਵਨ ਯਥਾਰਥ ਹੈ ਉਹ ਬਹੁਤ ਹੀ ਕਠੋਰ ਹੈ, ਕਿਉਂਕਿ ਆਰਥਿਕ ਮਜਬੂਰੀਆਂ ਦਾ ਸਤਾਇਆ ਹੋਇਆ ਮਨੁੱਖ ਜਿਹੜਾ ਹੈ ਪ੍ਰਵਾਸ ਦੇ ਵਿੱਚ ਚਲਾ ਤਾਂ ਜਾਂਦਾ ਹੈ, ਪਰ ਉਸਦੇ ਜੀਵਨ ਨੂੰ ਭੋਗਦਿਆਂ ਹੋਇਆਂ ਕਿਸ ਤਰ੍ਹਾਂ ਉੱਥੋਂ ਦਾ ਜੋ ਪੂੰਜੀਵਾਦੀ ਸਿਸਟਮ ਹੈ ਸ਼ੇਸ਼ਨਾਗ ਵਾਂਗ ਉਸਦੀ ਜ਼ਿੰਦਗੀ ਨੂੰ ਲੀਲ ਲੈਂਦਾ ਹੈ, ਉਸਦੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲ ਦਿੰਦਾ ਹੈ। ਉਸਦਾ ਵਰਤਮਾਨ ਵੀ ਸਰਾਪਿਆ ਜਾਂਦਾ ਹੈ ਔਰ ਭਵਿੱਖ ਤਾਂ ਉਸਦਾ ਆਪਣੇ ਆਪ ਗੰਧਲਾ ਹੋ ਹੀ ਗਿਆ, ਕਿਉਂਕਿ ਜਦੋਂ ਉਸਦੇ ਬੱਚੇ ਹੀ ਆਪਣੀ ਵੱਸ ਵਿੱਚ ਨਹੀਂ ਰਹੇ, ਬੱਚੇ ਹੀ ਉਹਦੇ ਸੁਲਝੇ ਹੋਏ ਨਾਗਰਿਕ ਨਹੀਂ ਬਣ ਸਕੇ ਅਤੇ ਉਸ ਮਨੁੱਖ ਦਾ ਭਵਿੱਖ ਜਿਹੜਾ ਹੈ ਉਸਨੂੰ ਚਿੰਤਾ ਦੇ ਵਿੱਚ ਗ੍ਰਸ ਦਿੰਦਾ ਹੈ। ਇਸ ਤਰ੍ਹਾਂ ਜੋ ਹੈ ਇਸ ਕਹਾਣੀ ਦੇ ਵਿੱਚ ਲੇਖਕ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਵਿਦੇਸ਼ਾਂ ਦਾ ਜੋ ਸਾਹ ਘੁੱਟਵਾਂ ਮਾਹੌਲ ਹੈ ਔਰ ਨਿਰੰਤਰ ਮਸ਼ੀਨਾਂ ਦੇ ਨਾਲ ਮਸ਼ੀਨ ਹੋਏ ਮਨੁੱਖ ਜਿਹੜੇ ਨੇ ਉਹ ਇਨਸਾਨਾਂ ਦੀ ਜ਼ਿੰਦਗੀ ਨੂੰ ਗੰਧਲਾ ਕਰ ਦਿੰਦੇ ਨੇ, ਨਾਮੁਰਾਦ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੰਦੇ ਨੇ। ਆਰਥਿਕ ਤੌਰ 'ਤੇ ਜਾਂ ਤਾਂ ਉਹ ਕੁਝ ਸੁਖਾਲੇ ਹੋ ਸਕਦੇ ਨੇ, ਪਰ ਉਹ ਆਪਣੇ ਪਰਿਵਾਰਕ ਜੀਵਨ ਦੀ ਅਤੇ ਆਪਣੀ ਸਿਹਤ ਦੀ ਕੁਰਬਾਨੀ ਦੇ ਕੇ ਆਪਣਾ ਵਰਤਮਾਨ ਅਤੇ ਭਵਿੱਖ ਦੋਹਾਂ ਨੂੰ ਆਪਣੇ ਹੱਥੀਂ ਤਬਾਹ ਕਰ ਲੈਂਦੇ ਨੇ। ਸੋ ਇਹ ਕਹਾਣੀ ਉਦੇਸ਼ ਪੱਖੋਂ ਵੀ ਪੂਰੀ ਤਰ੍ਹਾਂ ਸਫਲ ਹੈ। ਜਿੱਥੋਂ ਤੱਕ ਪਾਤਰ ਉਸਾਰੀ ਦਾ ਸੰਬੰਧ ਹੈ, ਇਸ ਕਹਾਣੀ ਦਾ ਮੁੱਖ ਨਾਇਕ ਜੋ ਕਰਾਮਤ ਹੈ ਬੇਹੱਦ ਮਿਹਨਤੀ ਪਾਤਰ ਹੈ, ਪਰਿਵਾਰਿਕ ਮੰਦਹਾਲੀ ਦਾ, ਆਰਥਿਕ ਮੰਦਹਾਲੀ ਦਾ ਸਤਾਇਆ ਹੋਇਆ ਹੈ, ਜ਼ਿੰਮੇਦਾਰ ਵਿਅਕਤੀ ਹੈ, ਆਪਣੇ ਭੈਣਾਂ ਭਰਾਵਾਂ ਦੇ ਪ੍ਰਤੀ, ਆਪਣੇ ਪਿਤਾ ਦੇ ਪ੍ਰਤੀ, ਘਰ ਦੇ ਲਈ ਇੱਕ ਸੋਨੇ ਦਾ ਅੰਡਾ ਦੇਣ ਵਾਲੀ ਉਹ ਮੁਰਗੀ ਸਾਬਤ ਹੋਇਆ ਹੈ, ਸਾਰੇ ਪਰਿਵਾਰ ਨੂੰ ਸੈੱਟ ਕਰ ਦਿੱਤਾ ਹੈ, ਪਰ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਉਸਦੀ ਬੇਰੰਗ ਹੋ ਗਈ ਹੈ, ਕਿਉਂਕਿ ਉਹ ਆਪਣੀ ਔਲਾਦ ਤੋਂ ਵੀ ਦੁਖੀ ਹੈ। ਉਹਦੀ ਔਲਾਦ ਉਸਦੇ ਵੱਸ ਵਿੱਚ ਨਹੀਂ ਹੈ। ਕਿਉਂ ਵੱਸ ਵਿੱਚ ਨਹੀਂ ਹੈ? ਕਿਉਂਕਿ ਉਹ ਆਪਣੀ ਔਲਾਦ ਨੂੰ ਤਵੱਜੋ ਦੇ ਹੀ ਨਹੀਂ ਸਕਿਆ। ਆਪਣੀ ਔਲਾਦ ਦੇ ਲਈ ਉਸਦੇ ਕੋਲ ਸਮਾਂ ਹੀ ਨਹੀਂ ਹੈ, ਕਿਉਂਕਿ ਜਦੋਂ ਉਹ ਨਿਰੰਤਰ ਰਾਤਾਂ ਨੂੰ ਕੰਮ ਕਰਦਾ ਸੀ ਅਤੇ ਦਿਨੇ ਪਰਦੇ ਤਾਣ ਕੇ ਸੁੱਤਾ ਰਹਿੰਦਾ ਸੀ, ਔਰ ਇੰਗਲੈਂਡ ਜਿਹੇ ਦੇਸ਼ ਦੇ ਵਿੱਚ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਸਦੇ ਕੋਲ ਰਹਿਣ ਦੇ ਲਈ ਕੋਈ ਢੰਗ ਦਾ ਮਕਾਨ ਨਹੀਂ ਹੈ। ਉਸਨੇ ਆਪਣੇ ਭੈਣ ਭਰਾਵਾਂ ਦੀ ਜ਼ਿੰਦਗੀ ਜਿਹੜੀ ਹੈ ਸਵਾਰ ਲਈ ਹੈ, ਪਰ ਆਪਣੀ ਜ਼ਿੰਦਗੀ ਦੀ ਉਸਨੂੰ ਕੁਰਬਾਨੀ ਦੇਣੀ ਪਈ ਹੈ। ਉਹ ਇਸ ਕਹਾਣੀ ਦੇ ਵਿੱਚ ਉਹ ਕੁਰਬਾਨੀ ਦਾ ਪੁਤਲਾ ਸਾਬਤ ਹੋਇਆ ਹੈ। ਪਾਠਕ ਦੀ ਉਸਦੇ ਨਾਲ ਬੇਹੱਦ ਹਮਦਰਦੀ ਹੈ। ਬਾਕੀ ਜੋ ਦੂਸਰੇ ਪਾਤਰ ਹਨ, ਮੁੱਖ ਤਾਂ ਇਹਨਾਂ ਦੇ ਵਿੱਚੋਂ ਕਹਾਣੀਕਾਰ, ਜਿਸ ਦੇ ਨਾਲ ਉਹ ਆਪਣੀ ਜੀਵਨ ਦੀਆਂ ਜੋ ਕੌੜੀਆਂ ਕੁਸੈਲੀਆਂ ਯਾਦਾਂ ਨੇ ਉਹ ਸਾਂਝੀਆਂ ਕਰ ਰਿਹਾ ਹੈ, ਜਿਸ ਨੂੰ ਉਸਦੇ ਨਾਲ ਹਮਦਰਦੀ ਹੈ,
ਪਰ ਜੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਕਹਾਣੀ ਦੇ ਜੋ ਬਰਤਾਨੀਆ ਦੇ ਲੋਕ ਹਨ, ਜਿਸ ਦੇਸ਼ ਦੇ ਵਿੱਚ, ਜਿਸ ਮੁਲਕ ਦੇ ਵਿੱਚ ਰਹਿੰਦਿਆਂ ਹੋਇਆਂ ਉਸਨੇ ਆਪਣਾ ਆਪਾ ਗਾਲ ਦਿੱਤਾ ਹੈ, ਉਸ ਦੇਸ਼ ਦੀ ਜੋ ਹੈ ਆਰਥਿਕਤਾ ਨੂੰ ਸੰਵਾਰਨ ਦੇ ਲਈ ਉਹਨਾਂ ਲੋਕਾਂ ਦੀ ਉਸ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਕਿਉਂਕਿ ਜਦੋਂ ਕਰਾਮਤ ਦੀ ਮੌਤ ਦੀ ਖਬਰ ਵੀ ਆਉਂਦੀ ਹੈ, ਅਤੇ ਗੋਰੇ ਮਰੀਜ਼ ਜਿਹੜੇ ਨੇ ਉਹ ਨਿਰੰਤਰ ਆਪਣੀ ਤਾਸ਼ ਖੇਡਣ ਦੇ ਵਿੱਚ ਰੁੱਝੇ ਹੋਏ ਨੇ, ਉਹਨਾਂ ਨੂੰ ਉਸਦੇ ਮਰਨ ਦਾ ਕੋਈ ਵੀ ਫਰਕ ਨਹੀਂ ਪੈਂਦਾ। ਇੱਕ ਮਿੰਟ ਦੇ ਲਈ ਵੀ ਉਹਨਾਂ ਦੇ ਮਨ ਦੇ ਵਿੱਚ ਕਰਾਮਤ ਜਾਂ ਉਸਦੇ ਪਰਿਵਾਰ ਦੇ ਪ੍ਰਤੀ ਕੋਈ ਹਮਦਰਦੀ ਦੇ ਭਾਵ ਪੈਦਾ ਨਹੀਂ ਹੁੰਦੇ। ਇਸ ਤਰ੍ਹਾਂ ਇਹ ਕਹਾਣੀ ਜੋ ਹੈ ਪ੍ਰਵਾਸੀ ਮਜ਼ਦੂਰਾਂ ਦੀ ਇੱਕ ਕਰੁਣਾਮਈ ਸਥਿਤੀ ਨੂੰ ਬਿਆਨਦੀ ਹੋਈ ਕਹਾਣੀ ਹੈ। ਔਰ ਵਾਰਤਾਲਾਪ ਇਸ ਕਹਾਣੀ ਦੇ ਵਿੱਚ, ਕਿਉਂਕਿ ਨਿਰੰਤਰ ਕਹਾਣੀਕਾਰ ਅਤੇ ਕਰਾਮਤ ਦੇ ਵਿੱਚ ਹੋਇਆ ਹੈ, ਵਾਰਤਾਲਾਪ ਨਿੱਕੇ ਨਿੱਕੇ ਹਨ, ਟੁੰਬਵੇਂ ਹਨ, ਢੁਕਵੇਂ ਹਨ, ਔਰ ਕਹਾਣੀ ਦੀ ਲੜੀ ਨੂੰ ਅੱਗੇ ਤੋਰਨ ਵਾਲੇ ਹਨ। ਕਿਉਂਕਿ ਇਹ ਵਾਰਤਾਲਾਪ ਇੰਨੇ ਰੋਚਕ ਅਤੇ ਸੁਆਦਲੇ ਹਨ ਕਿ ਪਾਠਕ ਦੀ ਨਿਰੰਤਰ ਜਾਂ ਸਰੋਤੇ ਦੀ ਨਿਰੰਤਰ ਉਸ ਦੇ ਵਿੱਚ ਉਤਸੁਕਤਾ ਬਣੀ ਰਹਿੰਦੀ ਹੈ। ਸੋ ਵਾਰਤਾਲਾਪ ਦੇ ਪੱਖੋਂ ਵੀ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਕਹਿ ਸਕਦੇ ਹਾਂ। ਜਿੱਥੋਂ ਤੱਕ ਵਾਤਾਵਰਣ ਦਾ ਸੰਬੰਧ ਹੈ, ਇਸ ਕਹਾਣੀ ਦੇ ਵਿੱਚ ਜੋ ਬਸਤੀਵਾਦੀ ਮੁਲਕ ਹਨ ਉਹਨਾਂ ਦੇ ਉਸ ਵਾਤਾਵਰਣ ਨੂੰ ਪੇਸ਼ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਦੇਸ਼ਾਂ ਦੇ ਵਿੱਚ ਮਨੁੱਖ ਦੀ ਕੀਮਤ ਜਿਹੜੀ ਹੈ ਇੱਕ ਮਸ਼ੀਨ ਦੇ ਪੁਰਜੇ ਜਿੰਨੀ ਹੀ ਹੈ। ਜਿੰਨੀ ਦੇਰ ਤੱਕ ਉਹ ਮਸ਼ੀਨ ਚੱਲਦੀ ਹੈ ਉਨੀ ਦੇਰ ਤੱਕ ਉਸਦੀ ਵੁਕਤ ਹੈ, ਔਰ ਉਹਨਾਂ ਮਸ਼ੀਨੀ ਮੁਲਕਾਂ ਦੇ ਵਿੱਚ ਮਸ਼ੀਨੀ ਪੁਰਜਾ ਬਣਿਆ ਹੋਇਆ ਮਨੁੱਖ ਜੋ ਹੈ ਉਸਦੀ ਜ਼ਿੰਦਗੀ ਰੰਗਹੀਨ ਹੋ ਜਾਂਦੀ ਹੈ। ਕਿਸ ਤਰ੍ਹਾਂ ਉਸ ਦਾ ਮਾਨਸਿਕ ਤਵਾਜ਼ਨ ਅਤੇ ਜੋ ਸਰੀਰਕ ਸਿਹਤ ਜਿਹੜੀ ਹੈ ਉਹ ਨਿਰੰਤਰ ਡਿੱਗਦੀ ਰਹਿੰਦੀ ਹੈ। ਪਰ ਉੱਥੋਂ ਦਾ ਸਾਰਾ ਸਿਸਟਮ ਜੋ ਹੈ ਉਹ ਇੰਨਾ ਸੰਵੇਦਨਹੀਨ ਹੈ ਕਿ ਮਨੁੱਖ ਦੇ ਪ੍ਰਤੀ ਉਸ ਦੇ ਦਿਲ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਕਰੁਣਾ ਵਾਲੇ ਭਾਵ ਨਹੀਂ ਹਨ। ਕਿਉਂਕਿ ਉਹ ਪ੍ਰਗਤੀਸ਼ੀਲ ਮੁਲਕ ਹਨ। ਉੱਥੋਂ ਦਾ ਪੂੰਜੀਵਾਦੀ ਨਿਜ਼ਾਮ ਜਾਂ ਪੂੰਜੀਵਾਦੀ ਵਿਵਸਥਾ ਜੋ ਹੈ ਉਹ ਮਨੁੱਖ ਦੇ ਜੀਵਨ ਨੂੰ ਇੱਕ ਤੂਫਾਨ ਵਾਂਗ, ਜਿਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਹਸਪਤਾਲ ਦੇ ਬਾਹਰ ਇੱਕ ਤੂਫਾਨ ਛੂਕਦਾ ਹੋਇਆ ਤੂਫਾਨ ਦਿਖਾਇਆ ਗਿਆ ਹੈ, ਅਸਲ ਦੇ ਵਿੱਚ ਛੂਕਦਾ ਹੋਇਆ ਤੂਫਾਨ ਜੋ ਹੈ ਮਨੁੱਖ ਦੇ ਮਾਨਸਿਕ ਵਾਤਾਵਰਣ ਨੂੰ, ਖਾਸ ਕਰਕੇ ਜੋ ਪ੍ਰਵਾਸੀ ਲੋਕ ਹਨ ਉਹਨਾਂ ਦੀ ਜੋ ਮਾਨਸਿਕ ਸਥਿਤੀ ਹੈ ਉਸ ਨੂੰ ਬਿਆਨ ਕਰਦਾ ਹੈ। ਇਸ ਤਰ੍ਹਾਂ ਕਹਾਣੀਕਾਰ ਨੇ ਇਸ ਕਹਾਣੀ ਦੇ ਵਿੱਚ ਬੜਾ ਗੰਭੀਰ ਵਾਤਾਵਰਣ ਉਸਾਰਿਆ ਹੈ ਜੋ ਉੱਥੋਂ ਦੇ ਜੀਵਨ ਯਥਾਰਥ ਦੀ ਵਾਸਤਵਿਕ ਤਸਵੀਰ ਨੂੰ ਪੇਸ਼ ਕਰਦਾ ਹੈ। ਜਿੱਥੋਂ ਤੱਕ ਭਾਸ਼ਾ ਸ਼ੈਲੀ ਦਾ ਸੰਬੰਧ ਹੈ, ਇਸ ਕਹਾਣੀ ਦੀ ਸ਼ੈਲੀ ਜਿਹੜੀ ਹੈ ਬਿਆਨੀਆ ਢੰਗ ਦੀ ਹੈ, ਕਿਉਂਕਿ ਕਹਾਣੀਕਾਰ ਨੇ ਕਹਾਣੀ ਬਿਆਨ ਕੀਤੀ ਹੈ ਜਿਸ ਦੇ ਵਿੱਚ ਨਾਟਕੀ ਅੰਸ਼ਾਂ ਦੀ ਵੀ ਭਰਮਾਰ ਹੈ। ਮੁੱਖ ਰੂਪ ਦੇ ਵਿੱਚ ਕਹਾਣੀ ਦੀ ਬੋਲੀ ਬੜੀ ਸਰਲ, ਸਪਸ਼ਟ, ਮੁਹਾਵਰੇਦਾਰ ਹੈ। ਔਰ ਕਿਉਂਕਿ ਪ੍ਰਵਾਸੀ ਬਸ਼ਿੰਦੇ ਹਨ ਅਤੇ ਉੱਥੋਂ ਦੀ ਜਿਹੜੀ ਅੰਗਰੇਜ਼ੀ ਭਾਸ਼ਾ ਦਾ ਮਿਲਗੋਭਾ ਵੀ ਉਹਨਾਂ ਦੇ ਸ਼ਬਦਾਂ ਦੇ ਵਿੱਚ ਮਿਲਦਾ ਜੁਲਦਾ ਹੈ। ਜਿੱਥੋਂ ਤੱਕ ਸਿਰਲੇਖ ਦਾ ਸੰਬੰਧ ਹੈ, ਸਿਰਲੇਖ ਪੱਖੋਂ ਇਸ ਕਹਾਣੀ ਨੂੰ ਅਸੀਂ ਅਤ ਢੁਕਵੀਂ ਜਾਂ ਫਬਵੀਂ ਕਹਾਣੀ ਕਹਿ ਸਕਦੇ ਹਾਂ, ਕਿਉਂਕਿ ਕਹਾਣੀ ਦਾ ਸਿਰਲੇਖ ਜਿਹੜਾ ਹੈ ਇਸ ਦੇ ਮੁੱਖ ਨਾਇਕ ਦੀ ਜੋ ਮਾਨਸਿਕ ਸਥਿਤੀ ਹੈ ਉਸ ਦੇ ਆਲੇ ਦੁਆਲੇ ਘੁੰਮਦਾ ਹੈ ਕਿ ਕਿਸ ਤਰ੍ਹਾਂ ਸ਼ੇਸ਼ਨਾਗ ਬਣ ਕੇ ਪੂੰਜੀਵਾਦੀ ਵਿਵਸਥਾ ਜਿਹੜੀ ਹੈ ਜਾਂ ਮਨੁੱਖ ਜਾਂ ਵਿਅਕਤੀ ਦੀ ਵਿਅਕਤੀਗਤ ਜ਼ਿੰਦਗੀ ਜਿਹੜੀ ਹੈ ਉਸ ਦਾ ਘਾਣ ਕਰ ਦਿੰਦੀ ਹੈ। ਇਹਨਾਂ ਮਾਨਸਿਕ ਪਰੇਸ਼ਾਨੀਆਂ ਦਾ ਸਤਾਇਆ ਹੋਇਆ, ਆਰਥਿਕ ਸਮੱਸਿਆਵਾਂ ਦਾ ਜੋ ਝੰਬਿਆ ਹੋਇਆ ਮਨੁੱਖ ਜੋ ਹੈ ਕਿਸ ਤਰ੍ਹਾਂ ਆਪਣੀ ਜੀਵਨ ਦੇ ਵਿੱਚ ਨਿਰੰਤਰ ਕਠੋਰ ਮਿਹਨਤ ਕਰਨ ਦੇ ਬਾਵਜੂਦ ਵੀ ਉਸ ਦੇ ਪੱਲੇ ਮਾਨਸਿਕ ਅਸ਼ਾਂਤੀ ਹੀ ਪੈਂਦੀ ਹੈ। ਨਾ ਉਹ ਆਪਣੇ ਪਰਿਵਾਰਿਕ ਜੀਵਨ ਨੂੰ ਸੰਵਾਰ ਸਕਦਾ ਹੈ, ਨਾ ਆਪਣੇ ਵਰਤਮਾਨ ਨੂੰ ਸੰਵਾਰ ਸਕਦਾ ਹੈ, ਨਾ ਆਪਣੇ ਭਵਿੱਖ ਨੂੰ ਹੀ, ਭਾਵ ਆਪਣੇ ਬੱਚਿਆਂ ਨੂੰ ਸੰਭਾਲ ਸਕਦਾ ਹੈ। ਇਸ ਤਰ੍ਹਾਂ ਜੋ ਇੱਕ ਕਰਿੰਦਾ ਹੈ ਜਾਂ ਕਿਰਤੀ ਵਰਗ ਜਿਹੜਾ ਹੈ, ਪੂੰਜੀਵਾਦੀ ਨਿਜ਼ਾਮ ਜਾਂ ਪੂੰਜੀਵਾਦੀ ਵਿਵਸਥਾ ਜੋ ਹੈ ਉਸ ਦੇ ਪ੍ਰਤੀ ਬੜੀ ਬੇਕਿਰਕ ਹੈ। ਸੋ ਸਮੁੱਚੇ ਰੂਪ ਦੇ ਵਿੱਚ ਇਸ ਕਹਾਣੀ ਦਾ ਸਿਰਲੇਖ ਜੋ ਹੈ ਬੇਹੱਦ ਚਿੰਨ੍ਹਾਤਮਕ ਹੈ, ਪ੍ਰਤੀਕਾਤਮਕ ਹੈ ਕਿ ਕਿਸ ਤਰ੍ਹਾਂ ਪੂੰਜੀਵਾਦੀ ਨਿਜ਼ਾਮ ਜਾਂ ਅਜੋਕਾ ਜੋ ਪ੍ਰਗਤੀਸ਼ੀਲ ਮੁਲਕ ਨੇ ਉਹਨਾਂ ਦੇ ਵਿੱਚ ਵਿਅਕਤੀ ਦੀ ਹੋਂਦ ਜਿਹੜੀ ਹੈ ਇੱਕ ਮਸ਼ੀਨ ਦੇ ਪੁਰਜੇ ਦੇ ਵਾਂਗ ਰਹਿ ਜਾਂਦੀ ਹੈ, ਔਰ ਪੂੰਜੀਵਾਦੀ ਸਿਸਟਮ ਜੋ ਹੈ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਜ਼ਹਿਰੀਲਾ ਪਨ ਭਰ ਦਿੰਦਾ ਹੈ। ਜਿਸ ਤਰ੍ਹਾਂ ਸ਼ੇਸ਼ਨਾਗ ਦਾ ਡੰਗਿਆ ਹੋਇਆ ਮਨੁੱਖ ਜੋ ਹੈ ਉਹ ਅੰਤ ਮੌਤ ਦੇ ਮੂੰਹ ਸਮਾ ਜਾਂਦਾ ਹੈ, ਠੀਕ ਇਸੇ ਤਰ੍ਹਾਂ ਪੂੰਜੀਵਾਦੀ ਵਿਵਸਥਾ
ਰੂਪੀ ਸ਼ੇਸ਼ ਨਾਗ ਦਾ ਸਤਾਇਆ ਹੋਇਆ ਮਨੁੱਖ ਜੋ ਹੈ ਉਹ ਆਪਣੇ ਜੀਵਨ ਦੀ ਲੀਲਾ ਜਿਹੜੀ ਹੈ ਅੰਤ ਉਸ ਨੂੰ ਖਤਮ ਹੋ ਜਾਂਦੀ ਹੈ। ਭਾਵੇਂ ਉਹ ਕਿਸੇ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਕਰਕੇ ਹੋਵੇ, ਭਾਵੇਂ ਜੋ ਹੈ ਸਿਹਤ ਪੱਖੋਂ ਉਹ ਅਨੇਕ ਪ੍ਰਕਾਰ ਦੇ ਦੁੱਖਾਂ ਨੂੰ, ਅਨੇਕ ਪ੍ਰਕਾਰ ਦੇ ਰੋਗਾਂ ਨੂੰ, ਬਿਮਾਰੀਆਂ ਨੂੰ ਜੋ ਹੈ ਸਹੇੜਨ ਕਰਕੇ ਆਪਣੇ ਜੀਵਨ ਨੂੰ ਅਜਾਈਂ ਗਵਾਉਣ ਦੇ ਵਿੱਚ ਹੋਵੇ। ਸੋ ਸਿਰਲੇਖ ਪੱਖੋਂ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਦਾ ਦਰਜਾ ਦੇ ਸਕਦੇ ਹਾਂ। ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਜਾਂ ਨਿਚੋੜ ਦੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਸ਼ੇਸ਼ਨਾਗ ਕਹਾਣੀ ਜੋ ਹੈ ਇਸ ਵਿੱਚ ਰਘਵੀਰ ਢੰਡ ਨੇ ਜੋ ਪ੍ਰਵਾਸੀ ਮਨੁੱਖ ਦਾ ਜੀਵਨ ਯਥਾਰਥ ਹੈ ਉਸ ਨੂੰ ਬੜੀ ਹੀ ਬਾਰੀਕ ਬੀਨੀ ਦੇ ਨਾਲ ਚਿਤਰਿਆ ਹੈ। ਔਰ ਪ੍ਰਵਾਸੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਸਰੋਕਾਰ ਹਨ, ਜਿੰਨੇ ਵੀ ਮਸਲੇ ਹਨ, ਭਾਵੇਂ ਉਹ ਪਰਿਵਾਰਿਕ ਮਸਲੇ ਹਨ, ਭਾਵੇਂ ਉਹ ਆਰਥਿਕ ਮਸਲੇ ਹਨ, ਭਾਵੇਂ ਉਹ ਜੋ ਹੈ ਮਾਨਸਿਕ ਖਿੱਚੋਤਾਣਾ ਹਨ, ਇਹਨਾਂ ਸਾਰਿਆਂ ਨੂੰ ਬੜੀ ਹੀ ਕਲਾਤਮਕ ਅੰਦਾਜ਼ ਦੇ ਵਿੱਚ ਪੇਸ਼ਕਾਰੀ ਕਰਨ ਦੇ ਵਿੱਚ ਲੇਖਕ ਸਫਲ ਰਿਹਾ ਹੈ। ਉਮੀਦ ਹੈ ਕਿ ਸ਼ੇਸ਼ਨਾਗ ਕਹਾਣੀ ਬਾਰੇ ਕੀਤੀ ਗਈ ਇਹ ਚਰਚਾ ਵਿਦਿਆਰਥੀਆਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਸੋ ਮਿਲਾਂਗੇ ਅਗਲੀ ਕਹਾਣੀ ਦੇ ਵਿੱਚ। ਤਦ ਤੱਕ ਲਈ ਵੇਖਦੇ ਰਹਿਣਾ ਇਹ ਚੈਨਲ। ਔਰ ਜੋ ਨਵੇਂ ਸਬਸਕ੍ਰਾਈਬਰ ਇਸ ਚੈਨਲ ਦੇ ਨਾਲ ਜੁੜੇ ਹਨ, ਚੈਨਲ ਦਾ ਬੈਲ ਦਾ ਬਟਨ ਵੀ ਦਬਾ ਲੈਣ ਤਾਂ ਜੋ ਆਉਣ ਵਾਲੇ ਲੈਕਚਰ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੇ ਰਹਿਣ। ਵੱਧ ਤੋਂ ਵੱਧ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ, ਲਾਈਕ ਕਰਦੇ ਰਹਿਣਾ। ਮਿਲਾਂਗੇ ਅਗਲੇ ਲੈਕਚਰ ਦੇ ਵਿੱਚ। ਤਦ ਤੱਕ ਲਈ ਇਜਾਜ਼ਤ। ਧੰਨਵਾਦ।